everything in mind, also keeping in mind कि ਸਕੂਲ ਦੇ ਐਗਜ਼ਾਮਸ ਜਿਹੜੇ ਹੈਗੇ ਅਕਤੂਬਰ 8 ਜਾਂ 9 ਤੱਕ ਹੋ ਰਹੇ ਹੈਗੇ ਉਹ ਵੀ ਸਹੀ ਸਾਰੇ ਕੀਤੇ UPSC ਦਾ ਵੀ ਕੋਈ ਮੇਜਰ ਪੇਪਰ ਵਗੈਰਾ ਹੈ ਨਹੀਂ ਇਸ ਟਾਈਮ ਤੇ ਮੈਂ ਹੁਣ ਤੁਹਾਨੂੰ ਡੇਟਸ ਦੱਸ ਰਿਹਾ ਹੈਗਾ ਇਹ ਪ੍ਰੈਸ ਨੋਟ ਦੇ ਵਿੱਚ ਹੈਗੀ ਹੈ ਪ੍ਰੈਸ ਨੋਟ ਸਾਡੇ ਕੋਲ ਕਾਪੀਆਂ ਵਾਧੂ ਹੈਗੀਆਂ ਵੀ ਵਿਲ ਗਿਵ ਯੂ ਅ ਕਾਪੀ ਆਫ ਦੀ ਪ੍ਰੈਸ ਨੋਟ ਅੱਜ ਹੈਗੀ 25 27 ਤਰੀਕ ਮੀਨਸ ਪਰਸੋਂ ਨੂੰ ਅਸੀਂ ਜਿਹੜੀ ਫਾਰਮਲ ਨੋਟੀਫਿਕੇਸ਼ਨ ਕਰਾਂਗੇ 27 ਨੂੰ ਠੀਕ ਹੈ 27 ਫਰਾਈਡੇ ਹੈਗਾ ਇਹ ਫਾਰਮਲ ਨੋਟੀਫਿਕੇਸ਼ਨ ਜਾਏਗਾ ਇਹਦੀ ਕਾਪੀ ਗਜ਼ਟ ਨੋਟੀਫਿਕੇਸ਼ਨ ਵਾਸਤੇ ਅਸੀਂ ਭੇਜ ਰਹੇ ਹੈਗੇ ਹੁਣ ਇਸ ਤੋਂ ਬਾਅਦ ਔਰ ਉਹ 27 ਨੂੰ ਨੋਟੀਫਾਈ ਹੋ ਜਾਏਗਾ ਸੋ 27 ਤੋਂ ਤੁਹਾਡੇ ਨੋਮੀਨੇਸ਼ਨ ਦਾ ਪੀਰੀਅਡ ਸਟਾਰਟ ਹੁੰਦਾ ਹੈ ਨੋਮੀਨੇਸ਼ਨ ਦਾ ਪੀਰੀਅਡ ਹੈਗਾ 11 ਤੋਂ ਲੈ ਕੇ 3 ਵਜੇ ਤੱਕ ਕਿਸੇ ਵੀ ਆਰਓ ਦੇ ਕੋਲ ਪਹਿਲੀ ਗੱਲ ਉਸ ਤੋਂ ਬਾਅਦ ਕੁਝ ਛੁੱਟੀਆਂ ਆ ਰਹੀਆਂ ਵਿੱਚ ਸੋ 4 ਤਰੀਕ ਨੂੰ ਕਿਉਂਕਿ ਇੱਕ ਔਰ 2 ਦੀ ਛੁੱਟੀ ਐਕਚੁਅਲੀ 4 ਤਰੀਕ ਨੂੰ 3 ਵਜੇ ਤੱਕ 2 और 3 ਦੀ ਛੁੱਟੀ ਹੈ तो 4 ਤਰੀਕ ਨੂੰ is the last date for filing nominations 4 ਅਕਤੂਬਰ is the last date for filing nominations ਉਹ ਵੀ 3 ਵਜੇ ਤੱਕ ਆਪਾਂ 11 ਤੋਂ 3 ਨਹੀਂ ਕਹਿੰਦੇ ਆਪਾਂ ਹੁਣ 3 ਵਜੇ ਤੱਕ ਨੋਮੀਨੇਸ਼ਨਸ ਆ ਸਕਦੀਆਂ ਹੈਗੀਆਂ 4 ਤਰੀਕ ਨੂੰ ਅਗਲੇ ਦਿਨ 5 ਅਕਤੂਬਰ ਨੂੰ ਸਕਰੂਟਨੀ ਹੋਏਗੀ ਆਰਓਜ਼ ਵੱਲੋਂ ਇਸ ਸਕਰੂਟਨੀ ਵਿੱਚ ਦੂਸਰੇ ਕੈਂਡੀਡੇਟਸ ਦੇ ਕੋਈ ਅਪੋਜ਼ਿੰਗ ਕੈਂਡੀਡੇਟ ਜਾਂ ਸਾਰੇ ਜੇ ਆਬਜੈਕਸ਼ਨ ਕੋਈ ਕਰਨਾ ਹੈਗਾ ਤਾਂ ਸਕਰੂਟਨੀ ਦੇ ਦੌਰਾਨ ਉਹ ਕਰਦੇ ਹੈਗੇ ਸੋ 5 ਤਰੀਕ ਨੂੰ ਸਕਰੂਟਨੀ ਹੋਏਗੀ ਔਰ 7 ਤਰੀਕ ਨੂੰ ਕਿਉਂਕਿ 6 ਸੰਡੇ ਹੈ ਤਾਂ 7 ਅਕਤੂਬਰ ਨੂੰ ਲਾਸਟ ਡੇਟ ਫॉर ਵਿਡਰਾਅਲ ਆਫ ਕੈਂਡੀਡੇਚਰਸ ਇਫ ਐਨੀ ਕਈ ਵਾਰ ਕੋਈ ਵਿਡਰਾਅ ਕਰਦਾ ਹੈਗਾ ਉਹ 7 ਤਰੀਕ ਤੱਕ ਹੈਗਾ ਇਹਦਾ ਵੀ ਟਾਈਮਿੰਗ ਕੀ ਹੈ ਇਹਦਾ ਟਾਈਮਿੰਗ ਵੀ 3 ਵਜੇ ਤੱਕ ਹੈ ਅਪ ਟੂ 3 PM 11 to 3 ਠੀਕ ਹੈ ਜੀ ਇਲੈਕਸ਼ਨ ਡੇਟ ਮੈਂ ਅਨਾਉਂਸ ਕਰ ਰਿਹਾ ਹੈਗਾ 15 ਅਕਤੂਬਰ 2024 ਇਲੈਕਸ਼ਨ 15 ਅਕਤੂਬਰ 2024 ਨੂੰ ਹੋਣਗੇ ਔਰ ਇਲੈਕਸ਼ਨ ਦੌਰਾਨ ਜਿਹੜੀ ਪੋਲਿੰਗ ਦਾ ਸਮਾਂ ਹੈ ਉਹ ਕਾਨੂੰਨ ਅਨੁਸਾਰ 8 ਘੰਟੇ ਘੱਟੋ ਘੱਟ ਦੇਣੇ ਹੁੰਦੇ ਆ ਅਸੀਂ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਪੋਲਿੰਗ ਹੋਵੇਗੀ ਹਾਂਜੀ ਸੋ 8 ਤੋਂ 4 ਪੋਲਿੰਗ ਹੋਵੇਗੀ ਔਰ ਪੋਲਿੰਗ ਤੋਂ ਬਾਅਦ ਜਿਵੇਂ ਸਟੈਂਡਰਡ ਪ੍ਰੈਕਟਿਸ ਹੈ ਕਾਊਂਟਿੰਗ ਜਿਹੜੀ ਹੈਗੀ ਹੈ ਉਸੇ ਪੋਲਿੰਗ ਬੂਥ ਵਿੱਚ ਕੀਤੀ ਜਾਵੇਗੀ ਕੋਈ ਟਾਈਮਿੰਗ ਸਰ ਕਿਸ ਚੀਜ਼ ਦੀ ਮੈਡਮ ਕਾਊਂਟਿੰਗ ਦੀ देयर इज नो टाइमिंग फॉर काउंटिंग दैट इज़ वाई वी हैव स्टॉप्ड एट 4 o'clock ताकि वो सारे कागज़ पत्तर वगैरह वो पूरे हो जान उस तो बाद ਜਿਹੜਾ ਉੱਥੇ ਦਾ ਪ੍ਰੀਜ਼ਾਈਡਿੰਗ ਆਫਿਸਰ ਹੈ ਪੋਲਿੰਗ ਬੂਥ ਦਾ ਉਹਨੂੰ ARO ਨਿਯੁਕਤ ਕੀਤਾ ਮਤਲਬ ਉਹਨੂੰ ARO ਦੇ ਪਾਵਰਸ ਦਿੱਤੇ ਗਏ ਹਨ ਉਹ ਫਿਰ ਉਹਦੀ ਕਾਊਂਟਿੰਗ ਵਗੈਰਾ ਕਰਕੇ ਤੇ ਰਿਜ਼ਲਟ ਜੋ ਵੀ ਹੈਗਾ ਉਹ ਡਿਕਲੇਅਰ ਕਰੇਗਾ ਜੇਕਰ ਉਸ ਵਾਰਡ ਵਿੱਚ ਇੱਕ ਜਾਂ ਦੋ ਮਤਲਬ 2 ਜਾਂ 3 ਪੋਲਿੰਗ ਬੂਥ ਹੋਣਗੇ ਤਾਂ ਕਾਊਂਟਿੰਗ ਇੱਕ ਪੋਲਿੰਗ ਬੂਥ ਵਿੱਚ ਹੀ ਹੋਏਗੀ ਜਿਹਦੇ ਵਿੱਚ ਸਭ ਤੋਂ ਜ਼ਿਆਦਾ ਵੋਟ ਸੀਗੇ ਜਿਹਦਾ ਮਤਲਬ ਜਿਹਨਾਂ ਵੋਟਰ ਸਭ ਤੋਂ ਜ਼ਿਆਦਾ ਸੀ ਤਾਂ ਉਹਨੂੰ ਵੱਡਾ ਮੰਨਿਆ ਜਾਵੇ ਤਾਂ ਉਹ 2-3 ਬੈਲਟ ਬਾਕਸਿਸ ਉੱਥੇ ਜਾ ਕੇ ਉੱਥੇ ਕਾਊਂਟਿੰਗ ਹੋਵੇਗੀ ਸੋ ਇਹ ਸਾਡਾ ਇਲੈਕਸ਼ਨ ਸ਼ਡਿਊਲ ਹੈ ਹੁਣ ਜੇਕਰ ਕੋਈ ਤੁਹਾਨੂੰ ਸਵਾਲ ਹੈ ਤਾਂ ਜਿਹੜਾ ਨੋਮੀਨੇਸ਼ਨ ਆ ਉਹ ਬਲਾਕ ਪੱਧਰ ਤੇ ਹੋਏਗੀ ਸਬ ਡਿਵੀਜ਼ਨ ਲੈਵਲ ਤੇ ਕਿਸ ਚੀਜ਼ ਦੀ ਨੋਮੀਨੇਸ਼ਨ ਜਿਹੜੇ ਨਾਮਜ਼ਦਗੀ ਪੱਤਰ ਦਾਖਲ ਕਰਨੇ ਨੇ ਸਰਪੰਚਾਂ ਪੰਚਾਇਤ ਜੀ ਅੱਛਾ ਇੱਕ ਉਹ ਦੱਸਿਓ ਨਾਲ ਵੀ ਜਿਹੜੇ ਅਧਿਕਾਰੀ ਹੋਣਗੇ ਆਰਓ ਕਿਸ ਲੈਵਲ ਦੇ ਹੋਣਗੇ ਉਹ PCS ਹੋਣਗੇ ਜਾਂ ਬਲਾਕ BD ਦੇਖੋ because I've told you that there are almost 19,000 plus polling stations ਰਿਟਰਨਿੰਗ ਆਫਿਸਰਸ ਜਿਹੜੇ ਹੈਗੇ ਆ ਨਾਰਮਲੀ ਉਹ 4 ਮਤਲਬ 8-10 ਤੱਕ ਹੁੰਦੇ ਆ ਠੀਕ ਹੈ ਨਾ ਇਹਨਾਂ ਦਾ ਲੈਵਲ ਜਿਹੜਾ ਹੈਗਾ ਐਕਸੀਅਨ ਲੈਵਲ ਦੇ ਵੀ ਹੈਗੇ ਅਲੱਗ ਐਕਸੀਅਨ ਪੰਚਾਇਤੀ ਰਾਜ ਠੀਕ ਹੈ ਜੀ ਇਸ ਤਰ੍ਹਾਂ ਦੇ ਮਤਲਬ ਅਲੱਗ-ਅਲੱਗ DCs ਨੇ ਅਪਾਇੰਟ ਕੀਤੇ ਹੋਏ ਔਰ ਉਹਨਾਂ ਦੀ ਲਿਸਟਾਂ ਅਸੀਂ ਅਪਰੂਵ ਕਰ ਦਿੱਤੀਆਂ ਹੈਗੀਆਂ ਸੋ ਦੇ ਆਰ ਆਲ ਸੀਨੀਅਰ ਆਫਿਸਰਸ ਬਟ ਨਾਟ ਨੈਸੈਸਰੀਲੀ PCS ਐਟਸੈਟਰਾ ਬਲਾਕ ਲੈਵਲ ਤੇ ਹੋਏਗਾ ਜਾਂ ਇਹਨਾਂ ਦਾ ਜ਼ੋਨਸ ਵੱਖਰੇ ਬਣਾਏ ਨਹੀਂ ਡਿਸਟ੍ਰਿਕਟ ਲੈਵਲ ਤੇ ਹੁੰਦੇ ਜੀ ਸਰ ਇਹਦੇ ਡਿਸਟ੍ਰਿਕਟ ਲੈਵਲ ਤੇ ਹਾਂ ਡਿਸਟ੍ਰਿਕਟ ਲੈਵਲ ਤੇ ਡਿਸਟ੍ਰਿਕਟ ਨੇ ਨਹੀਂ ਬਲਾਕ ਨਹੀਂ ਸਰ ਨੋਮੀਨੇਸ਼ਨ ਨਾਮਜ਼ਦਗੀ ਪੱਤਰ ਦਾਖਲ ਕਰਨੇ ਆ ਸਰਪੰਚਾਂ ਦੇ ਜਦੋਂ ਨੋਮੀਨੇਸ਼ਨ ਪੱਤਰ ਦਾਖਲ ਕਰਨਾ ਹੈ ਕਿਸੇ ਨੇ ਉਹ ਉਸ ਪਿੰਡ ਦਾ ਜਿਹੜਾ ਰਿਟਰਨਿੰਗ ਆਫਿਸਰ ਨਿਯੁਕਤ ਕੀਤਾ ਹੋਇਆ ਹੈ ਉਹਦੇ ਕੋਲ ਹੀ ਜਾਏਗਾ It depends where the office of the returning officer is. सर ये क्लियर कर दीजिए बात कि जो आपने बोला कि पॉलिटिकल पार्टी के सिंबल नहीं लगेंगे जी
जो भी वहाँ इलेक्शन लड़ेगा पॉलिटिकल पार्टी की तस्वीरें लग सकती हैं जो सीएम हो या कोई पॉलिटिकल पार्टी के लीडर हैं उनकी फोटोग्राफ लगा और कोई कैंपेन कर सकते हैं कंपेन कर सकते हैं If and when this situation arises, we will issue instructions. It will be premature for me to say anything because nothing has happened yet. ਜਦੋਂ ਕੋਈ ਇਸ ਤਰ੍ਹਾਂ ਦੀ ਗੱਲ ਹੁੰਦੀ ਹੈ ਉਸ ਟਾਈਮ ਤੇ ਮੈਂ ਦੇਖ ਲੂੰਗਾ ਨਹੀਂ ਜੇ ਕੋਈ ਤਸਵੀਰ ਲਾ ਰਿਹਾ ਉਹ ਲਾ ਸਕਦਾ ਨਹੀਂ ਲਾ ਸਕਦਾ ਕਿਸ ਦੀ ਪੋਲਿੰਗ ਸਟੇਸ਼ਨ ਤੇ ਨਿਊ ਐਕਟ ਦੇ ਅਕੋਰਡਿੰਗ ਪੁੱਛ ਰਹੇ ਹਾਂ अपने जो वो बैनर्स लगाते act does not go into all these details. These details are laid down in the model code of conduct. ਠੀਕ ਹੈ ਜੀ, that also is a model code. ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੇ ਵੀ ਮਾਡਲ ਕੋਡ ਕਹਿੰਦੇ ਜੀ ਉਹਨੂੰ, ਠੀਕ ਹੈ ਨਾ। ਸੋ ਇਸ ਤਰ੍ਹਾਂ ਦੀ ਜਿਹੜੀ ਹੈਗੀ ਹੈ, ਜੇਕਰ ਇਸ ਤਰ੍ਹਾਂ ਦਾ ਸਥਿਤੀ ਰਾਈਜ਼ ਹੁੰਦੀ ਹੈ ਤਾਂ ਉਸ ਟਾਈਮ ਤੇ ਅਸੀਂ ਦੇਖ ਲਵਾਂਗੇ। ਲੇਕਿਨ ਜਿਸ ਤਰ੍ਹਾਂ ਮੈਂ ਤੁਹਾਨੂੰ ਕਿਹਾ, ਗਵਰਨਮੈਂਟ ਬਿਲਡਿੰਗਸ ਤੇ ਬਿਲਕੁਲ ਬੈਂਡ ਹੈਗਾ, ਪ੍ਰਾਈਵੇਟ ਬਿਲਡਿੰਗ ਤੇ ਉਹਦੇ ਪੁੱਛੇ ਬਗੈਰ ਨਹੀਂ ਤੁਸੀਂ ਕੁਝ ਲਗਾ ਸਕਦੇ ਹੋ ਬੈਨਰ। ਸੀ ਬੈਨਰ ਇਨਕਲੂਡਸ ਐਵਰੀਥਿੰਗ। Banner means what? Banner means that ki vote for so and so. Banner can be a photograph. Banner can be anything. ठीक है ना? Without his permission of the private person, you cannot do it. नहीं सर, इसमें फोटो सर इसमें ये था कि जैसे आपने बोल दिया कि जो सिंबल है पॉलिटिकल पार्टीज के नहीं होंगे तो पॉलिटिकल लीडर की फोटो लगा सकते कैंडिडेट किस पर? अपने बैनर अपने पोस्टर ਦੇ ਉੱਤੇ ਆਪਣੇ बैनर बैनर ਦੋ ਪੋਲੀਟੀਕਲ ਚੀਜ਼ਾਂ ਲੀਡਰ ਦੀ ਸਰ, ਫੋਟੋ ਲੱਗ ਸਕਦੀ ਹੈ ਨਹੀਂ ਲੱਗ ਸਕਦੀ ਸਰ ਜਿਹੜੇ ਦੋ ਚੀਜ਼ਾਂ ਤੇ ਤੁਸੀਂ ਰੱਖ ਸਕਦੇ ਹੋ ਕਿ ਕਿਸੇ ਬਿਲਡਿੰਗ ਤੇ ਲਗਾ ਸਕਦੇ ਕਿ ਨਹੀਂ ਲਗਾ ਸਕਦੇ। ਬੈਨਰ ਦੀ ਗੱਲ ਕਰ ਰਹੇ ਕਿ ਬੈਨਰ ਦੇ ਉੱਤੇ ਲਗਾ ਸਕਦੇ ਕਿ कंपेनिंग में जो बैनर यूज करते हैं जैसे मैं आम आदमी पार्टी देखो, as far as the commissioner is concerned, as far as the commissioner is concerned, as far as the commissioner is concerned, the election will be of a candidate. Commission is not concerned whether he belongs to A, B, C or D party. ठीक है ना? We are free and fair. We are free and neutral. We are totally neutral. ठीक है ना? मैं कदे नहीं किसी ਨੂੰ ਪੁੱਛਿਆ ਕਿ ਤੁਸੀਂ ਕਿਸ ਪਾਰਟੀ ਤੋਂ belong ਕਰਦੇ ਹੋ ਜਾਂ ਫਲਾਣਾ। That we are not concerned with that. It is a relevant thing for people. ਆਮ ਜਨਤਾ ਵਾਸਤੇ ਇਹ ਬੜੀ ਰੈਲੇਵੈਂਟ ਚੀਜ਼ ਹੈ ਕਿ ਠੀਕ ਹੈ ਅਸੀਂ ਇਸ ਤੋਂ ਨਕਾਰ ਨਹੀਂ ਸਕਦੇ। If a candidate wishes to show himself as part of a political group or something, ਉਸ ਤੇ ਅਸੀਂ ਕੋਈ ਬੈਨ ਤਾਂ ਨਹੀਂ ਲਗਾ ਸਕਦੇ ਨਾ, लगा सकते हैं ਠੀਕ ਹੈ ਨਾ। ਹੁਣ ਅਸੀਂ ਉਸ ਤੇ ਨਹੀਂ ਲਗਾ ਸਕਦੇ ਨਾ ਬੈਨ, ਬਟ when the situation arises then we will see. ਹਾਲੇ ਤਾਂ ਸਿਚੁਏਸ਼ਨ ਅਰਾਈਜ਼ ਹੋਈ ਨਹੀਂ ਹੈ। ਸਰ ਰਿਜ਼ਰਵ ਫੋਰਸਸ ਵੀ ਜਿਹੜੀਆਂ ਹੈਗੀਆਂ ਤੁਸੀਂ ਉਹ ਤਾਂ ਹੈ। ਦੇਖੋ, more than 96,000 polling staff is being appointed for these elections. ठीक है जी, this is all part of the activities which are to be undertaken by the deputy commissioners. So they have made the local arrangements. ये basically local bodies है ना, हर एक पंचायत की अपनी हैगी। So DC ਜਿਹੜਾ ਹੈਗਾ, being the DO, he is in charge of all these things. So he will make sufficient arrangements. ਠੀਕ ਹੈ ਨਾ। ਆਮ ਤੌਰ ਤੇ ਸਰ ਸੰਡੇ ਨੂੰ ਹੁੰਦੀ ਹੈ, ਆਮ ਤੌਰ ਤੇ ਪੰਚਾਇਤੀ ਇਲੈਕਸ਼ਨ ਸੰਡੇ ਨੂੰ ਹੁੰਦੀ ਹੈ। ਇਸ ਵਾਰ ਤੁਸੀਂ ਮੰਗਲਵਾਰ ਕਰਵਾ ਰਹੇ ਹੋ। ਮੈਂ ਉਸ ਦਿਨ ਛੁੱਟੀ ਵੀ ਕੀਤੀ ਜਾਏਗੀ ਹੈ? ਹਾਂਜੀ। I've already spoken to the government. We have got the assurance that on the date of poll of 15th October, it will be declared as a holiday. ਸਰ 2 ਅਕਤੂਬਰ ਤੱਕ ਹੈ ਨਾ ਨੋਮੀਨੇਸ਼ਨ। ਇਹ ਪਿੰਡਾਂ ਦੀ ਸਰ ਹੌਲੀਡੇ 4 October. ਹਾਂਜੀ। ਹੌਲੀਡੇ ਪਿੰਡਾਂ ਦੀ पिंडर नहीं, I think government will have full-fledged holiday. सर एक चीज और क्लियर करिएगा, 13,237 सरपंच सर ग्राम पंचायत ग्राम से पंचायत है, एक ग्राम पंचायत में एक सरपंच है। बिल्कुल ठीक पंच है। कितने? पंच हैं आपके, मैं आपको देता हूँ अपना, ये देता हूँ 83,437 437 punches. ਸਰ ਕਾਈਂਡਲੀ ਉਹ ਦੱਸ ਦਿਓ ਕੁਐਸਚਨ ਕਿ ਪਿਛਲੀ ਵਾਰ ਕਿੰਨੀ ਸਰਬਸੰਮਤੀ ਦੇ ਨਾਲ ਪੰਚਾਇਤਾਂ ਬਣੀਆਂ ਸੀ। ਪਿਛਲੀ ਵਾਰ ਜਿਹੜੀਆਂ ਹੈਗੀਆਂ ਤਕਰੀਬਨ 4,000 ਸਰਬਸੰਮਤੀ ਨਾਲ ਹੋਈਆਂ ਸੀ ਵੈਸੇ ਕਿਸੇ ਨੂੰ 2018 ਵਿੱਚ। ਕਿਸੇ ਨੂੰ ਔਰ ਉਹ ਵੀ ਇਨਫੋਰਮੇਸ਼ਨ ਮੇਰੇ ਕੋਲ ਹੈਗੀ ਹੈ, ਨਿਊਜ਼ਪੇਪਰ ਵਿੱਚ ਵੀ ਆਇਆ ਸੀਗਾ। 4,000 ਸਮਥਿੰਗ ਵਰ ਦੀ ਨੰਬਰ ਆਫ। ਇੱਕ ਵੈਸੇ ਇਹ ਤੋਂ ਹਟ ਕੇ ਸਵਾਲ ਹੈ, ਹੁਣ ਅਨਾਉਂਸਮੈਂਟਾਂ ਹੋ ਰਹੀਆਂ ਕਿ 5 ਲੱਖ ਦੇ ਮੰਗੇ। ਪਿਛਲੀ 2 ਵਾਰ ਦੀਆਂ ਇਲੈਕਸ਼ਨਾਂ ਦੇ ਵਿੱਚ ਕਿਸੇ ਨੂੰ ਧੇਲਾ ਨਹੀਂ ਬਣਿਆ। ਇਹ ਚਾਹੇ ਤੁਸੀਂ ਟੇਕ ਅਪ ਕਰੋ ਚਾਹੇ The commission is not the correct forum to address this issue. सर एक चीज और, आप ईवीएम किसी कह रहा कि ईवीएम ਤੁਹਾਨੂੰ ਮਿਲਦੀ ਨਹੀਂ, ਤੁਸੀਂ ਮੰਗਿਆ ਨਹੀਂ ਜਾਂ ਤੁਹਾਨੂੰ ਮਤਲਬ ਇੰਨੇ ਵੱਡੇ ਪੱਧਰ ਤੇ ਈਵੀਐਮਸ ਜਿਹੜੇ ਹੈਗੇ ਆ ਨਹੀਂ ਮਿਲਦੀਆਂ ਹੈਗੀਆਂ। ਸਰ ਨਗਰ ਨਿਗਮ ਦੀਆਂ ਕਦੋਂ ਤੱਕ ਹੋ ਜਾਣਗੀ? ਉਹ ਵੀ ਗਵਰਨਮੈਂਟ ਨੇ ਡਿਸਾਈਡ ਕਰਨਾ ਹੈਗਾ। ਜੋ ਗਵਰਨਮੈਂਟ ਡਿਸਾਈਡ ਕਰਦੀ ਹੈ, ਜੋ ਨੋਟੀਫਿਕੇਸ਼ਨ ਕਰਦੀ ਹੈ, ਅਸੀਂ ਉਸ ਹਿਸਾਬ ਨਾਲ ਕੰਮ ਆਪਣੀ ਅਰੇਂਜਮੈਂਟਸ ਕਰਾਂਗੇ।
ਸਰ ਇਹਦੇ ਚ ਇਲੈਕਸ਼ਨ 'ਚ ਬੜਾ ਵੱਡਾ ਇਸ਼ੂ ਆਉਂਦਾ ਹੈ ਡਰੱਗ ਜਾਂ ਫਿਰ ਲਿਕਰ ਬਹੁਤ ਯੂਜ਼ ਹੁੰਦੀ ਹੈ ਇਸਤੇਮਾਲ ਦਾ ਨਸ਼ਾ ਬਹੁਤ ਇਸਤੇਮਾਲ ਇਹਦੇ ਲਈ ਕੋਈ ਸਪੈਸ਼ਲ ਤੁਸੀਂ ਕੀਤੇ ਇਸ ਵਾਰ ਸਿਕਿਉਰਿਟੀ this we have already instructed the DMs, district magistrates, to ensure proper law and order. ठीक है ना, these are all ills of the society ਜਿਹੜੀ ਹੈਗੀ ਹੈ, ਠੀਕ ਹੈ ਨਾ, तो instructions will be issued, ਸਾਰੀ ਚੈਕਿੰਗ ਵਗੈਰਾ ਜਿਹੜੀ ਹੈਗੀ ਆਉਣ ਜਾਣ ਦੀ ਵਗੈਰਾ ਸਾਰੀ ਹੁੰਦੀ ਰਹੇਗੀ, so we will try to keep this to we will try to stop it. ਰਿਜ਼ਰਵੇਸ਼ਨ ਵਾਲਾ ਜਿਹੜਾ ਸਿਸਟਮ ਹੈ ਉਹ ਰੋਟੇਸ਼ਨ ਜਿਹੜੀ ਹੈਗੀ ਆ ਪੁਰਾਣੀ ਰੋਟੇਸ਼ਨ ਬੰਦ ਹੋ ਜਾਏਗੀ ਤੇ ਨਵੀਂ ਸ਼ੁਰੂ ਹੋਏਗੀ। देखो, this commission is not directly involved in the issue of reservation. Reservations are done in accordance with the Panchayati Raj Act. ਉਹਦੇ ਵਿੱਚ ਸੈਕਸ਼ਨ 12 ਐਟਸੈਟਰਾ, ਫਿਰ ਉਹਨਾਂ ਦਾ ਰੂਲਸ ਵੀ ਹੈਗੇ ਆ ਜਿਹੜੇ ਸੈਪਰੇਟਲੀ ਫॉर ਦੀ reservation of sarpanches etc. That is something which relates to the Panchayati Raj Department, Rural Development and Panchayats. ਕਿਉਂਕਿ ਸਰ ਜਿਹੜੀ ਜੋ reservation ਸਰਕਾਰ ਵੱਲੋਂ ਕੀਤੀ ਹੈ ਔਰ ਜੋ DCs ਨੇ ਅਨਾਉਂਸ ਕੀਤੀਆਂ ਹੈਗੀਆਂ, because they are the competent authority. So commission does not have anything to do with that. But सर इसी से जुड़ा हुआ सवाल है चोन आपका आज से लग गया सर कि क्या चोन जाब्ता जी आज तो लग गया। लग गया? चोन जाब्ता as soon as the announcement of elections is made, as we have done, the चोन जाब्ता है। हाँ जी, सर 50% वुमेन रिजर्वेशन yes there is a सरपंच और पंच दोनों ही हाँ for each post, ईच पोस्ट for each post। और ईच पोस्ट और सर रिजर्व सीटें कितनी ये देखो, this depends from district to district. This depends from district to district. This is something which is again I said competent authorities are DC. So ਉਹਨਾਂ ਵੱਲੋਂ ਜਿਹੜੀ ਹੈਗੀ ਹੈ ਲਿਸਟਾਂ। आपके पास ये तो है ना, आपने जब सर नोटिफिकेशन करना है, नोटिफिकेशन करना है सर, रिजर्वेशन तो कौन सी सीट रिजर्व है, आयोग ये तो बताएगा ना, मतलब कितनी सीटें वो जो है ना, ये सारी जो है ना, ये नोटिफिकेशन गज़ेट नोटिफिकेशन डिस्ट्रिक्ट्स ਵੱਲੋਂ ਹੋ गई है। ਲੋਕਲ ਬਾਡੀ ਇਲੈਕਸ਼ਨਸ ਹੈਗੀਆਂ ਡਿਸਟ੍ਰਿਕਟ ਤੇ ਐਡਮਿਨਿਸਟ੍ਰੇਸ਼ਨ, ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੇ ਵੈਬਸਾਈਟ ਤੇ ਹੋਏਗੀ, ਠੀਕ ਹੈ। ਯੂ ਕੈਨ ਆਲਵੇਜ਼ ਲੁੱਕ ਐਟ ਦੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵੈਬਸਾਈਟ, ਉਸ ਤੇ ਨੋਟੀਫਿਕੇਸ਼ਨ ਜਿਹੜੀ ਹੈਗੀ ਹੈ ਚਲੀ ਗਈ ਹੈ। ਜ਼ਿਲ੍ਹਾ ਪ੍ਰੀਸ਼ਦ ਕਦੋਂ ਕਰਾ ਰਹੇ ਹੋ? ਜਦੋਂ ਵੀ ਪੰਚਾਇਤੀ ਰੂਰਲ ਡਿਵੈਲਪਮੈਂਟ ਡਿਪਾਰਟਮੈਂਟ ਨੋਟੀਫਾਈ ਕਰਦਾ ਹੈ, ਹਾਲੇ ਇਹ ਤਾਂ ਪੂਰਾ ਕਰ ਲਿਆ, ਠੀਕ ਹੈ ਨਾ, ਇਹ ਪੂਰਾ ਕਰ ਲਿਆ, ਉਸ ਤੋਂ ਬਾਅਦ ਫਿਰ ਟਾਈਮ ਲੱਗੇਗਾ ਤਾਂ ਨੈਚੁਰਲੀ ਉਹ ਵੀ ਹੋ ਜਾਏਗਾ। ਔਰ ਅਸੀਂ ਹਰ ਇੱਕ ਚੀਜ਼ ਵਾਸਤੇ ਤਿਆਰ ਹੈਗੇ, ਠੀਕ ਹੈ ਨਾ। ਸੋ ਜਦੋਂ ਵੀ ਹੁਣ ਜਿਵੇਂ ਆ ਵੀ ਨੋਟਿਸ ਵਿੱਚ ਅਸੀਂ ਇਹ ਸਾਰਾ ਗ੍ਰਾਮ ਪੰਚਾਇਤ ਦੇ ਹੋ ਕਰਾਂ, ਗਿਆ ਉਹ ਦੂਜਾ ਆਪਣਾ ਕੌਣ ਹੋ ਗਿਆ, ਮਿਆਦ ਮੁੱਕ ਚੁੱਕੀ ਉਹਦੀ ਵੀ। ਚਲੋ ਮੈਂ ਸਮਝਦਾ ਇਸ ਗੱਲ ਨੂੰ, ਮੈਂ ਸਮਝਦਾ ਇਹ ਗੱਲਾਂ ਜਿਹੜੀਆਂ ਹੈਗੀਆਂ ਆਲਰੇਡੀ ਇਨ ਡਿਸਕਸ਼ਨ ਹੈਗੀਆਂ, ਠੀਕ ਹੈ ਨਾ। ਬਟ ਜਿਸ ਤਰ੍ਹਾਂ ਮੈਂ ਪਹਿਲੇ ਕਿਹਾ ਹੈਗਾ ਕਿ ਜੋ ਕਮਿਸ਼ਨ ਇਲੈਕਸ਼ਨ ਸ਼ਡਿਊਲ ਨੋਟੀਫਾਈ ਕਰਦਾ ਹੈ, ਉਹ ਕਰਦਾ ਹੈ ਫਰਸਟ ਦੀ ਨੋਟੀਫਿਕੇਸ਼ਨ ਹੈਜ਼ ਟੂ ਬੀ ਇਸ਼ੂਡ ਬਾਈ ਦੀ ਕੰਸਰਨ ਡਿਪਾਰਟਮੈਂਟ। ਸੋ ਹੁਣ ਰੂਰਲ ਡਿਵੈਲਪਮੈਂਟ ਨੇ ਕਰਤਾ 209 ਦੀ ਨੋਟੀਫਿਕੇਸ਼ਨ, ਉਹ ਅਸੀਂ ਆ ਗਏ ਪਿਕਚਰ ਵਿੱਚ, ਉਹ ਲਾਅ ਵਿੱਚ ਲਿਖਿਆ ਹੋਇਆ ਹੈਗਾ, ਉਸ ਤੋਂ ਬਾਹਰ ਮੈਂ ਨਹੀਂ ਜਾ ਸਕਦਾ। ਜੇ ਮੈਂ ਚਲੇ ਗਿਆ ਬਾਹਰ ਤਾਂ ਕੋਈ ਕਹਿ ਸਕਦਾ ਕਿ ਤੁਸੀਂ ਕਿਸ ਤਰ੍ਹਾਂ ਚਲੇ ਗਏ, ਦੈਟਸ ਨਾਟ ਪੋਸੀਬਲ। ਸਿਮਿਲਰਲੀ ਫॉर ਦੀ ਮਿਊਨਿਸਪਲ ਕਾਰਪੋਰੇਸ਼ਨ ਜਾਂ ਮਿਊਨਿਸਪਲ ਇਲੈਕਸ਼ਨਸ, ਲੋਕਲ ਗਵਰਨਮੈਂਟ ਡਿਪਾਰਟਮੈਂਟ ਹੈਜ਼ ਟੂ ਇਸ਼ੂ ਦੀ ਨੋਟੀਫਿਕੇਸ਼ਨ ਫਰਸਟ, ਉਸ ਤੋਂ ਬਾਅਦ ਫਿਰ ਅਸੀਂ ਪੂਰੀ ਪਿਕਚਰ ਵਿੱਚ ਆਉਂਦੇ। ਇਹ ਲਾਅ ਹੈਗਾ, ਇਹ ਮੈਂ ਇਹਦੇ ਬਾਹਰ ਤਾਂ ਦੇਖੋ ਅਸੀਂ ਤਾਂ ਵੋਟਰ ਦੀ ਕਿੰਨਾ ਨੰਬਰ ਹੈ ਜੀ, ਕੋਈ ਨਿਊ ਵੋਟਰ ਦੀ ਉਹਨਾਂ ਲਈ ਟ੍ਰੀਟ ਕੋਈ ਨਹੀਂ ਇਸ ਤਰ੍ਹਾਂ ਦੀ ਨੰਬਰ ਸਾਡੇ ਕੋਲ ਨਹੀਂ ਹੁੰਦੀ, ਨਹੀਂ ਇਸ ਤਰ੍ਹਾਂ ਦੇ ਨਹੀਂ ਹੁੰਦੀ ਸਾਡੇ ਕੋਲ। ਕੋਈ ਚਲੋ। ਸਿਟੀਜ਼ਨ ਦਾ ਵੀ ਰੱਖਿਆ ਤੁਸੀਂ ਦੂਸਰੇ ਇਲੈਕਸ਼ਨ ਕਮਿਸ਼ਨ ਦੇ ਜਿਹੜੇ ਸੀਨੀਅਰ ਸਿਟੀਜ਼ਨ ਵੋਟ ਪਾ ਨਹੀਂ ਸਕਦੇ ਉਹਨਾਂ ਦੀ ਵੋਟ ਪਾ ਨਹੀਂ ਸਕਦੇ, ਹਾਂ ਵੋਟ ਨਹੀਂ ਜੋ ਬੂਥਾਂ ਦਾ ਲਿਜਾਣ ਦਾ ਉਹ ਸਟੈਂਡਰਡ, ਹਾਂ ਉਹ ਸਟੈਂਡਰਡ ਪ੍ਰੈਕਟਿਸ ਹੈਗਾ। ਰੈਂਪਸ ਵਗੈਰਾ ਜਿਹੜੇ ਉਹ DCs ਵਿਲ ਟੇਕ ਕੇਅਰ ਆਫ ਦੈਟ। ਸਰ ਪਿਛਲੀ ਵਾਰ ਨਾਲੋਂ ਕਿੰਨੇ ਵੋਟਰ ਵਧੇ ਨੇ ਜੀ ਇਸ ਵਾਰ? 2018 ਵਿੱਚ ਉਸ ਟਾਈਮ ਤੇ 1 ਕਰੋੜ 28 ਸੀਗੇ, ਹੁਣ 1 ਕਰੋੜ 33 ਹੋ ਗਏ ਹੈਗੇ। ਚਲੋ ਦੇਖ ਲਓ, ਮੈਂ ਤੁਹਾਨੂੰ ਫਿਗਰ ਦੇਤੀ ਐਗਜ਼ੈਕਟਲੀ ਦੇਤੀ। नहीं मैं जो हाँ हिंदी में ब्रीफ दे दो थोड़ा सा, डेट और कितने वोटर हैं जी सर। पंजाब स्टेट इलेक्शन कमीशन ने आज जो जनरल ग्राम पंचायत इलेक्शंस राज्य में होने जा रहे हैं उनकी डेट्स की घोषणा की है। घोषणा के मुताबिक मॉडल कोड ऑफ कंडक्ट आज से ही पूरे स्टेट में जहाँ जहाँ पर पंचायतों में इलेक्शंस करवाए जाने हैं उसमें मॉडल कोड ऑफ कंडक्ट अभी आज से लागू हो गया है।
शेड्यूल के अनुसार 27 सितंबर को नॉमिनेशंस की प्रक्रिया ग्राम पंचायत के सरपंच और पंचों की चुने जाने के लिए वो प्रक्रिया शुरू होगी। तो 27 सितंबर को जो रिटर्निंग ऑफिसर के दफ्तर में कोई भी उम्मीदवार अपना नॉमिनेशन पेपर दे सकता है। इसका समय होगा 11 से 3 बजे तक। 4 अक्टूबर तक 3 बजे तक नॉमिनेशन पेपर्स रिटर्निंग ऑफिसर के दफ्तरों में प्राप्त होंगे। 5 तारीख को रिटर्निंग ऑफिसर्स इसकी स्क्रूटनी करेंगे, नॉमिनेशन पेपर्स जो भी प्राप्त हुए हैं। और 7 तारीख को, क्योंकि 6 तारीख को एतवार है, तो 7 तारीख को विड्रॉल ऑफ कैंडिडेचर्स के लिए समय दिया गया है 3 बजे तक। और उसके बाद लिस्ट ऑफ कंटेस्टिंग कैंडिडेट्स की लिस्ट तैयार की जाएगी, सिंबल्स वगैरह अलॉट किए जाएंगे और कैंपेन का पीरियड जो है वो शुरू होता है। कमीशन ने घोषणा की है कि इलेक्शंस, ग्राम पंचायत की इलेक्शंस 15 अक्टूबर को किए जाएंगे। अक्टूबर को जो इलेक्शंस होंगे वो सवेरे 8 बजे से लेकर शाम के 4 बजे तक करवाए जाएंगे। 4 बजे के बाद बैलेट बॉक्सेस को जितने भी वहाँ पर पोलिंग बूथ्स में हाज़िर वोटर आए हुए हैं उनको सबको वोट्स दिलवा के और पोलिंग बैलेट बॉक्सेस को बंद किया जाएगा, सील कर दिया जाएगा। उसके बाद अपनी कार्रवाई करते हुए पोलिंग स्टेशन के अंदर काउंटिंग की प्रक्रिया जो है वो शुरू होगी और उसमें रिज़ल्ट उसी दिन को डिक्लेयर किया जाएगा। कुल पंजाब में इस समय 13,237 ग्राम पंचायत हैं और इनमें से हर एक ग्राम पंचायत में एक सरपंच और जितने वार्ड्स हैं उतने पंच चुने जाएंगे। तो एक वोटर जो है वो उसको 2 बैलेट पेपर इशू किए जाएंगे। एक पिंक रंग का होगा जिसमें सरपंच की वोट होगी, बैलेट पेपर उसका होगा, और एक सफ़ेद रंग का होगा जिसमें उस वार्ड में जो कंसर्न्ड पंच हैं उनके नाम होंगे। हमने एक नोटा का भी प्रबंध किया हुआ है, तो हर एक बैलेट पेपर पर लास्ट पर नोटा का एक होगा, तो जिसने भी अगर चाहते हैं तो नेचुरली वो उसका प्रयोग कर सकते हैं। सरपंच की चोन के लिए 40,000 का एक्सपेंडिचर लिमिट रखा गया है और पंच की चोन के लिए 30,000 का एक्सपेंडिचर रखा गया है। कमीशन की तरफ से तकरीबन 96,000 स्टाफ जो है अलग अलग लेवल्स के वो इलेक्शन प्रोसेस में अपना योगदान देंगे और ऑब्जर्वर्स भी हर एक डिस्ट्रिक्ट में सीनियर ऑब्जर्वर्स लगाए जाएंगे जो IAS या PCS रैंक के होंगे, सीनियर वाले होंगे, उनको लगाए जाएंगे ताकि जो हमें कमीशन को समय समय पर अगर कोई इशू रेज होता है तो हमें सूचित भी करेंगे और रिपोर्ट्स वगैरह भी करेंगे और ओवरऑल ओवरसी भी करेंगे। तो इस तरह कमीशन ने अच्छे और सही तरीके से ग्राम पंचायत की चोन कराने के लिए पूरा अपना प्रबंध किया हुआ है। टोटल कितने वोटर हैं सर, और पैरामिलिट्री बाहर से ही मंगाई जाएंगे, पंजाब से ही? टोटल इस समय वोटर्स पंजाब में 1,33,97,922 रजिस्टर्ड वोटर्स हैं और जो सिक्योरिटी वगैरह का प्रबंध है, लॉ एंड ऑर्डर का है, वो हमने ऑलरेडी डिस्ट्रिक्ट मजिस्ट्रेट्स को कहा है वो पुलिस के साथ पूरा संपर्क करके हर एक पोलिंग स्टेशन का जो लिस्ट है वो पुलिस अथॉरिटीज़ को दे रहे हैं और इंश्योर कर रहे हैं कि हर एक पोलिंग स्टेशन में प्रॉपर सिक्योरिटी अरेंजमेंट्स हों। पैरामिलिट्री बाहर से मंगाई जाएगी तो ये पंजाब से ही करा रहे हैं? पंजाब से। ठीक है, नाउ इन केस देयर इज नथिंग एल्स, थैंक यू फॉर योर कोऑपरेशन and we hope that the elections are carried out in a very peaceful and smooth manner. Punjab has been known to be a well administered state, incident free elections. So thank you.